हेलो स्टूडेंट्स, वेलकम टू टीवी स्कूल। लास्ट टाइम ਅਸੀਂ ਰੇ ਆਪਟਿਕਸ ਕੰਪਲੀਟ ਕੀਤੀ ਸੀ। ਅੱਜ ਅਸੀਂ ਬਿਲਕੁਲ ਫਰੈਸ਼ ਟੌਪਿਕ ਨਾਲ ਸਟਾਰਟ ਕਰਨਾ ਹੈ, ਦੈਟ ਇਜ਼ ਵੇਵ ਆਪਟਿਕਸ। ਹੁਣ ਵੇਵ ਆਪਟਿਕਸ ਹੈ ਕਿ ਆਪਾਂ ਡੇ ਟੂ ਡੇ ਲਾਈਫ ਵਿੱਚ ਜੋ ਵੀ ਚੀਜ਼ਾਂ ਮੈਂ ਤੁਹਾਨੂੰ ਕਿਹਾ ਸੀ, ਕੁਝ ਚੀਜ਼ਾਂ ਜਿਹੜੀਆਂ ਕਿ ਸਿਰਫ ਡਾਰਕ ਰੂਮ ਵਿੱਚ ਕਰ ਸਕਦੇ ਹਾਂ ਐਕਸਪੈਰੀਮੈਂਟਲੀ, ਉਹ ਸਾਰੀਆਂ ਹੁਣ ਆਪਾਂ ਡਿਸਕਸ ਕਰਾਂਗੇ ਕਿ ਉਹਨਾਂ ਦੇ ਡਾਇਮੈਂਸ਼ਨਸ ਇੰਨੇ ਸਮਾਲ ਹੁੰਦੇ ਕਿ ਆਪਾਂ ਡੇ ਟੂ ਡੇ ਲਾਈਫ ਵਿੱਚ ਆਪਾਂ ਉਹਨੂੰ ਦੇਖ ਨਹੀਂ ਸਕਦੇ, ਪਰ ਸਪੈਸ਼ਲ ਮੈਥਡ ਸਪੈਸ਼ਲ ਐਕਸਪੈਰੀਮੈਂਟਸ ਨਾਲ ਆਪਾਂ ਉਹ ਸਾਰੀਆਂ ਚੀਜ਼ਾਂ ਦੇਖ ਸਕਦੇ ਹਾਂ। ਹੁੰਦਾ ਕੀ ਹੈ, ਹੁਣ ਦੇਖੋ, ਸਭ ਤੋਂ ਪਹਿਲੇ ਦੇਖੋ ਵੇਵ ਆਪਟਿਕਸ ਵਿੱਚ ਨਾਮ ਤੋਂ ਪਤਾ ਚੱਲ ਰਿਹਾ ਕਿ ਵੇਵ ਥਿਊਰੀ ਦੇ ਉੱਤੇ ਆਪਾਂ ਥੋੜਾ ਜਿਹਾ ਡਿਸਕਸ਼ਨ ਕਰਨਾ ਹੈ। ਵੇਵ ਥਿਊਰੀ ਨੂੰ ਡਿਸਕਸ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਸਾਇੰਟਿਸਟ ਆਏ, ਠੀਕ ਹੈ, ਉਹਨਾਂ ਨੇ ਆਪਣੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਥਿਊਰੀਜ਼ ਦਿੱਤੀਆਂ, ਠੀਕ ਹੈ। ਉਹ ਅਲੱਗ-ਅਲੱਗ ਥਿਊਰੀਜ਼ ਕੀ ਸੀਗੀਆਂ? ਹੁਣ ਸਭ ਤੋਂ ਪਹਿਲੇ ਦੇਖੋ ਸਾਡੇ ਕੋਲ ਨਿਊਟਨ ਸਾਹਿਬ ਆਏ, ਠੀਕ ਹੈ, ਐਪਲ ਗਿਰਿਆ ਸੀ ਜਿਹੜਾ, ਠੀਕ ਹੈ, ਉਹਨਾਂ ਨੇ ਥਿਊਰੀ ਦਿੱਤੀ ਸੀਗੀ, ਗ੍ਰੈਵਿਟੇਸ਼ਨ ਦੇ ਉੱਤੇ ਥਿਊਰੀ ਦਿੱਤੀ ਸੀ, ਉਹਨਾਂ ਨੇ ਲਾਈਟ ਦੇ ਉੱਤੇ ਵੀ ਇੱਕ ਥਿਊਰੀ ਦਿੱਤੀ ਸੀ, ਠੀਕ ਹੈ। ਹੁਣ ਤੁਸੀਂ ਕਹਿੰਦੇ ਹੋਵੋਗੇ ਕਿ ਨਿਊਟਨ ਸਾਹਿਬ ਹਰ ਜਗ੍ਹਾ ਹੀ ਪਹੁੰਚ ਜਾਂਦੇ ਨੇ, ਹੁਣ ਲਾਈਟ ਦੇ ਉੱਤੇ ਵੀ ਇਹਨਾਂ ਨੇ ਕਾਫੀ ਅੱਛੀ ਥਿਊਰੀ ਦਿੱਤੀ ਸੀਗੀ, ਪਰ ਉਹ ਜ਼ਿਆਦਾ ਦੇਰ ਚੱਲ ਨਹੀਂ ਪਈ ਸੀ, ਠੀਕ ਹੈ। ਨਿਊਟਨ ਸਾਹਿਬ ਕਹਿੰਦੇ ਕੀ ਸੀਗੇ? ਨਿਊਟਨ ਸਾਹਿਬ ਨੇ ਕਿਹਾ ਕਿ ਜੋ ਥਿਊਰੀ ਦਿੱਤੀ ਦੈਟ ਇਜ਼ ਕਾਲਡ ਕਾਰਪਸਕੂਲਰ ਥਿਊਰੀ। ਇਹਨਾਂ ਨੇ ਕਿਹਾ ਸੀ ਜਿਹੜੀ ਲਾਈਟ ਹੈ, ਲਾਈਟ ਜਿਹੜੀ ਆ ਉਹ ਟਰੈਵਲ ਕਰਦੀ ਹੈਗੀ ਆ ਬੜੀ ਹਾਈ ਸਪੀਡ ਦੇ ਨਾਲ, ਠੀਕ ਹੈ, ਪਰ ਉਹਦੇ ਵਿੱਚ ਜਿਹੜੇ ਟਾਈਨੀ ਪਾਰਟੀਕਲਸ ਹੁੰਦੇ ਨਾ, ਜਿਹੜੇ ਟਾਈਨੀ ਪਾਰਟੀਕਲਸ ਹੈ, ਉਹਨਾਂ ਨੇ ਉਸ ਪਾਰਟੀਕਲਸ ਨੂੰ ਕਿਹਾ ਸੀ ਜਿਹੜੇ ਕਿ ਬਹੁਤ ਹਾਈ ਸਪੀਡ ਨਾਲ ਚੱਲ ਰਹੇ ਸੀਗੇ। ਪਾਰਟੀਕਲਸ ਨਾਮ ਤੋਂ ਪਤਾ ਚੱਲ ਰਿਹਾ, ਠੀਕ ਹੈ, ਮਤਲਬ ਉਹਨਾਂ ਨੇ ਕਿਹਾ ਸੀ ਕੁਝ ਨਾ ਕੁਝ ਮਾਸ ਹੋਏਗਾ। ਟਾਈਨੀ ਪਾਰਟੀਕਲਸ which Newton's called corpuscles, ठीक है, they travel with a very high speed, ठीक है। इन्हां दी स्पीड की है? very high, ठीक है, बहुत ज़्यादा हाई स्पीड होंदी है, बट ये थ्योरी ज़्यादा देर चल नहीं पाई क्योंकि ये फेल होने का कारण की सीगा? क्योंकि कुछ थ्योरीज ਨੂੰ एक्सप्लेन कर पा रही सी, पर कुछ थ्योरीज ਨੂੰ एक्सप्लेन नहीं कर पा रही सी। जिवें कि की सीगा उस टाइम तक इंटरफेरेंस, डायफ्रैक्शन, ਜਿਹੜੀਆਂ ਟਰम्स ਆਪਾਂ ਪੜਾਂਗੇ ਇਸ ਚੈਪਟਰ ਵਿੱਚ। इंटरफेरेंस हो गया, डायफ्रैक्शन हो गया, ठीक है, पोलराइजेशन हो गया, कुछ रिफ्रैक्शन हो गया, ਤੇ ਰਿਫਲੈਕਸ਼ਨ ਵੀ ਕੁਝ ਨਹੀਂ ਐਕਸਪਲੇਨ ਕਰ ਪਾਏ ਸੀਗੇ, ਠੀਕ ਹੈ। ਬੇਸਿਕਲੀ ਇਹੋ ਜਿਹੀਆਂ ਕੁਝ ਟਰਮਸ ਐਟਸੈਕਟਰਾ ਲਿਖਤਾ। ਉਹਨਾਂ ਦੀ ਥਿਊਰੀ ਕੁਝ ਟਰਮਸ ਨੂੰ ਐਕਸਪਲੇਨ ਕਰ ਪਾਈ ਸੀ ਰਿਫਲੈਕਸ਼ਨ ਦੇ, ਬਾਕੀ ਟਰਮਸ ਨੂੰ ਬਿਲਕੁਲ ਐਕਸਪਲੇਨ ਨਹੀਂ ਕਰ ਪਾ ਰਹੇ ਸੀਗੇ ਕਿ ਹਾਂ ਇਹ ਹੋ ਰਿਹਾ ਤੇ ਕਿਉਂ ਹੋ ਰਿਹਾ ਲਾਈਟ ਦੇ ਉੱਤੇ, ਠੀਕ ਹੈ। ਹੁਣ ਦੇਖੋ ਇਸ ਤੋਂ ਬਾਅਦ ਜਿਹੜੇ ਸਾਇੰਟਿਸਟ ਆਏ, ਠੀਕ ਹੈ, ਉਹਨਾਂ ਨੇ ਕੀ ਕੀਤਾ? ਸਭ ਤੋਂ ਪਹਿਲੇ ਹਾਈਗਨਸ, ਇਹਨਾਂ ਨੇ ਵੀ ਇੱਕ ਥਿਊਰੀ ਦਿੱਤੀ। ਇਹਨਾਂ ਨੇ ਜਿਹੜੀ ਥਿਊਰੀ ਦਿੱਤੀ ਸੀਗੀ ਉਹ ਕੀ ਸੀਗੀ ਕਿ ਲਾਈਟ ਜਿਹੜੀ ਨਾ, ਲਾਈਟ ਇਟਸੈਲਫ ਬਿਹੇਵਸ ਲਾਈਕ ਅ ਪਾਰਟੀਕਲ ਦੀ ਤਰ੍ਹਾਂ ਬਿਹੇਵ ਕਰਦੀ ਹੈ। ਤੇ ਇਹਨਾਂ ਨੇ ਇਹਦੇ ਵਿੱਚ ਹਾਈਗਨ ਸਾਹਿਬ ਨੇ ਰਿਫਲੈਕਸ਼ਨ ਐਂਡ ਰਿਫਰੈਕਸ਼ਨ ਨੂੰ ਬਹੁਤ ਹੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ। ਰਿਫਲੈਕਸ਼ਨ ਐਂਡ ਰਿਫਰੈਕਸ਼ਨ ਨੂੰ बहुत अच्छी तरह एक्सप्लेन किया, बट ही फेल्स टू एक्सप्लेन किहड़ियां टर्म नूं फेल हो गए सी एक्सप्लेन करन विच। ही फेल्स टू एक्सप्लेन डायफ्रैक्शन, पोलराइजेशन एंड इंटरफेरेंस, ठीक है। ये 1680-82 के नियर अबाउट स्टार्ट करता सी इन्होंने, ठीक है। हुण देखो इहदी थ्योरी सी रिफ्लैक्शन ते रिफ्रैक्शन ने बड़ा अच्छी तरह एक्सप्लेन किया। देखो इन्हें की किया कि लाइट जी है पार्टिकल के नेचर दी है, इट इज ऑफ पार्टिकल नेचर, ठीक है। ये बहुत बड़े साइंटिस्ट, ग्रेट साइंटिस्ट न्यूटन साहब, ग्रेट साइंटिस्ट, ठीक है। इन्होंने थ्योरी दी कि लाइट जी है इट बिहेव्स लाइक अ पार्टिकल नेचर। उस तो बाद छोटा साइंटिस्ट सी हाइगन्स, मीनस उस उन्ना नाम नहीं सी जिन्ना न्यूटन साहब का नाम सी, उन्हें भी थ्योरी दी। उन्हें कहा कि ये पार्टिकल की तरह बिहेव करती है। इस तो बाद दो साइंटिस्ट हो रहे, यंग्स एंड फ्रेस्नेल, ठीक है। मीन्स इन्हें जी थ्योरी दी लॉन्गिट्यूडनल वेव के उत्ते कर रहे थे। पार्टिकल मतलब लॉन्गिट्यूडनल, ठीक है, लॉन्गिट्यूडनल। इन्होंने भी लॉन्गिट्यूडनल, बट इन्होंने क्या जी यंग्स एंड फ्रेस्नेल, इन्होंने क्या लाइट ट्रैवल इन द फॉर्म ऑफ ट्रांसवर्स वेव, मीन्स ट्रांसवर्स नेचर को फॉलो करती है। क्लियर हो रही है? यंग्स ते फ्रेस्नेल आए, इन्होंने एक थ्योरी दी
ਤੇ ਉਸ ਥਿਊਰੀ ਵਿੱਚ ਇਹਨਾਂ ਨੇ ਪ੍ਰੂਫ ਕੀਤਾ ਬਕਾਇਦਾ ਕਿ ਹਾਂ ਟ੍ਰਾਂਸਵਰਸ ਨੇਚਰ ਦੀ ਲਾਈਟ ਹੁੰਦੀ ਹੈ। ਲਾਈਟ ਜਿਹੜੀ ਹੈ ਉਹ ਕਿਹਨੂੰ ਫੋਲੋ ਕਰਦੀ ਹੈ? ਟ੍ਰਾਂਸਵਰਸ ਨੇਚਰ ਨੂੰ। ਅਗਰ ਉਹ ਟ੍ਰਾਂਸਵਰਸ ਨੇਚਰ ਨੂੰ ਫੋਲੋ ਕਰਦੀ ਹੈ ਮੀਨਸ ਇਟ ਇਜ਼ ਆਫ ਵੇਵ। ਠੀਕ ਹੈ, ਹੁਣ ਦੇਖੋ ਇਹ ਗ੍ਰੇਟ ਸਾਇੰਟਿਸਟ ਸੀਗੇ, ਇਹਨਾਂ ਨੇ ਕਿਹਾ ਕਿਹੜਾ ਨੇਚਰ? ਪਾਰਟੀਕਲ ਨੇਚਰ। ਹਾਈਗਨਸ ਕੰਪਲੀਟਲੀ ਠੀਕ ਸੀ ਸਾਇੰਟਿਸਟ, ਇਹਨਾਂ ਨੇ ਵੀ ਕਿਹਾ ਪਾਰਟੀਕਲ ਨੇਚਰ। ਯੰਗਸ ਐਂਡ ਫ੍ਰੈਸਨਰ, ਯੰਗਸ ਐਂਡ ਫ੍ਰੈਸਨਰ ਛੋਟੇ ਛੋਟੇ ਸਾਇੰਟਿਸਟ ਸੀਗੇ ਉਸ ਟਾਈਮ ਤੇ, ਪਰ ਇਹਨਾਂ ਦੀ ਥਿਊਰੀਜ਼ ਕਾਫੀ, ਇਹ ਨਹੀਂ ਛੋਟੇ ਸਾਇੰਟਿਸਟ ਦਾ ਮਤਲਬ ਉਹਨਾਂ ਦੇ ਕੰਪੈਰੀਟਿਵਲੀ ਉਸ ਟਾਈਮ ਉਹਨਾਂ ਦਾ ਨਾਮ ਇੰਨਾ ਨਹੀਂ ਸੀ, ਜਿਸ ਕਰਕੇ ਇਹਨਾਂ ਨੇ ਜਿਹੜੀ ਥਿਊਰੀ ਦਿੱਤੀ ਟ੍ਰਾਂਸਵਰਸ ਨੇਚਰ ਬਕਾਇਦਾ ਪ੍ਰੂਫ ਦੇ ਨਾਲ ਦਿੱਤੀ ਸੀ। ਠੀਕ ਹੈ, ਯੰਗਸ ਨੇ ਪਹਿਲੇ ਦਿੱਤੀ, ਫ੍ਰੈਸਨਰ ਆਇਆ, ਉਹਨੇ ਥੋੜੀ ਮੋਡੀਫਿਕੇਸ਼ਨ ਕੀਤੀ। ਠੀਕ ਹੈ, ਪਹਿਲੇ ਤਾਂ ਇਹਨਾਂ ਦੀ ਥਿਊਰੀ ਨੂੰ ਅਪਰੂਵ ਹੀ ਨਹੀਂ ਕੀਤਾ ਜਾ ਰਿਹਾ ਸੀਗਾ। ਠੀਕ ਹੈ, ਪਰ ਹਾਂ ਜਿਵੇਂ ਜਿਵੇਂ ਮਤਲਬ ਕਿ ਸਾਇੰਟਿਸਟ ਦੇ ਗਰੁੱਪ ਬਣਨੇ ਸ਼ੁਰੂ ਹੋਏ, ਉਹਨਾਂ ਨੇ ਇਹਨਾਂ ਦੇ ਉੱਤੇ ਰਿਸਰਚ ਕੀਤੀ ਤੇ ਕੁਝ ਇਹਨਾਂ ਨੂੰ ਅਪਰੂਵਲ ਮਿਲਣੀ ਸ਼ੁਰੂ ਹੋ ਗਈ। ਚਲੋ ਹੁਣ ਅਪਰੂਵਲ ਮਿਲਣੀ ਸ਼ੁਰੂ ਹੋਈ, ਇਸ ਤੋਂ ਬਾਅਦ ਇੱਕ ਹੋਰ ਸਾਇੰਟਿਸਟ ਹੈ ਮੈਕਸਵੈਲ। ਠੀਕ ਹੈ, ਮੈਕਸਵੈਲ ਸਾਹਿਬ ਨੇ ਵੀ ਕਿਹਾ, ਇਹ ਯੰਗਸ ਐਂਡ ਫ੍ਰੈਸਨਲ ਨੇ ਕਾਫੀ ਥਿਊਰੀਜ਼ ਨੂੰ ਐਕਸਪਲੇਨ ਕਰਤਾ ਸੀਗਾ। ਠੀਕ ਹੈ, ਇਸ ਤੋਂ ਬਾਅਦ ਆਏ ਮੈਕਸਵੈਲ। ਹਾਂਜੀ, ਮੈਕਸਵੈਲ ਸਾਹਿਬ ਨੇ ਕੀ ਕੀਤਾ? ਮੈਕਸਵੈਲ ਸਾਹਿਬ ਨੇ ਵੀ ਇੱਕ ਥਿਊਰੀ ਦਿੱਤੀ। ਇਹਨਾਂ ਨੇ ਜਿਹੜੀ ਥਿਊਰੀ ਦਿੱਤੀ ਦੈਟ ਇਜ਼ electromagnetic waves। electromagnetic waves means ਇਹ ਵੀ ਕੀ ਹੈ? it follows transverse nature। ਤੇ ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਟਰਮ ਹੈਗੀ ਹੈ ਕਿ light does not require any material medium for its propagation। light does not require any material medium for its propagation। ਦੇਖੋ ਹਾਈਗਨ ਸਾਹਿਬ ਨੇ ਕਿਹਾ ਸੀਗਾ ਪਾਰਟੀਕਲ ਨੇਚਰ ਹੈ, means light require a material medium for its propagation। it behaves same as that of sound। ਜਿਵੇਂ ਸਾਊਂਡ ਚੱਲਦੀ ਹੈ। ਹੁਣ ਦੇਖੋ ਹੁਣ ਲਾਈਟ ਜਿਹੜੀ ਹੈ ਵੈਕਿਊਮ ਤੋਂ ਆਉਂਦੀ ਹੈ। ਲੌਜੀਕਲੀ ਮੈਕਸਵੈਲ ਨੇ ਜਿਹੜੀ ਥਿਊਰੀ ਦਿੱਤੀ ਸੀ ਹਾਈਗਨਸ ਨੂੰ ਫੇਲ ਕੀਤਾ ਜਾਂ ਨਿਊਟਨ ਸਾਹਿਬ ਨੂੰ ਮੇਨਲੀ ਫੇਲ ਕੀਤਾ। ਉਹ ਕਿਵੇਂ ਕਿ ਫੇਲ ਕੀਤਾ? ਕਿਉਂਕਿ ਲਾਈਟ ਜਿਹੜੀ ਹੈ ਉਹ ਪਾਰਟੀਕਲ ਨੇਚਰ ਹੁੰਦੀ ਤੇ ਵੈਕਿਊਮ ਵਿੱਚ ਕਿਵੇਂ ਟਰੈਵਲ ਕਰ ਰਹੀ ਹੈ ਫਿਰ। ਠੀਕ ਹੈ, ਇਹੋ ਜਿਹੀਆਂ ਕੁਝ ਟਰਮਸ ਸੀਗੀਆਂ। ਠੀਕ ਹੈ, ਜੋ मतलब कि ऊपर वाले साइंटिस्ट एक्सप्लेन नहीं कर पा रहे थे। मैक्सवेल उस टाइम का काफ़ी अच्छा मैथमेटिशियन सी, इन्हें काफ़ी अच्छी थ्योरीज ਦਿੱਤੀਆਂ ਸੀਗੀਆਂ डिफरेंशियल इक्वेशंस ਦੇ ਨਾਲ, इन्हें प्रूफ ਦੇ ਨਾਲ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਐਕਸਪਲੇਨ ਕੀਤਾ, ਟ੍ਰਾਂਸਵਰਸ ਨੇਚਰ ਨੂੰ ਐਕਸਪਲੇਨ ਕੀਤਾ। ਇਸ ਤੋਂ ਬਾਅਦ ਇੱਕ ਹੋਰ ਸਾਇੰਟਿਸਟ ਆਏ ਜਿਨ੍ਹਾਂ ਦਾ ਨਾਮ ਸੀ ਆਇਨਸਟਾਈਨ। ਇਹਨਾਂ ਨੇ ਪਲੈਂਕਸ ਦੇ ਨਾਲ ਪਲੈਂਕਸ ਦੀ ਇੱਕ ਥਿਊਰੀ ਲੈ ਕੇ ਮੈਕਸ ਪਲੈਂਕਸ ਦੀ ਥਿਊਰੀ ਲੈ ਕੇ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ मतलब कि यूज करके ਇਹਨਾਂ ਨੇ ਇੱਕ ਥਿਊਰੀ ਦਿੱਤੀ ਸੀ ਫੋਟੋ ਇਲੈਕਟ੍ਰਿਕ ਇਫੈਕਟ। ਆਇਨਸਟਾਈਨ ਸਾਹਿਬ ਦੇ ਅਕੋਰਡਿੰਗ ਲਾਈਟ ਇਜ਼ ਅਗੇਨ ਆਫ ਪਾਰਟੀਕਲ ਨੇਚਰ। ਠੀਕ ਹੈ, ਲਾਈਟ ਜਿਹੜੀ ਹੈ ਉਹ ਪਾਰਟੀਕਲ ਨੇਚਰ ਦੀ ਤਰ੍ਹਾਂ ਬਿਹੇਵ ਕਰਦੀ ਹੈ। ਤੇ ਕੈਮਿਸਟਰੀ ਵਿੱਚ ਕੁਝ ਟਰਮਸ ਫੋਟੋ ਇਲੈਕਟ੍ਰਿਕ ਇਫੈਕਟ ਦੇ ਨਾਲ ਰਿਲੇਟਡ ਤੁਸੀਂ ਪੜ੍ਹਦੇ ਹੋਵੋਗੇ। ਠੀਕ ਹੈ, ਜਿਵੇਂ ਬੈਂਡਸ ਵਗੈਰਾ, ਇਹਨਾਂ ਨੇ ਡੀ ਬੈਂਡ, ਅਲਫਾ ਬੈਂਡ, ਬੀਟਾ ਬੈਂਡ, ਇਸ ਫਾਰਮ ਬੈਂਡਸ ਅਲੱਗ-ਅਲੱਗ ਤਰ੍ਹਾਂ ਦੇ ਕੱਢੇ ਸੀਗੇ। ਠੀਕ ਹੈ, ਉਹ ਸਾਰੇ ਫੋਟੋ ਇਲੈਕਟ੍ਰਿਕ ਇਫੈਕਟ ਦੇ ਨਾਲ ਰਿਲੇਟਡ ਟਰਮਸ ਸੀਗੀਆਂ। ਠੀਕ ਹੈ, ਹੁਣ ਦੇਖੋ ਇੱਕ ਵਾਰ ਓਵਰਵਿਊ ਦੇਖੋ ਹੋਇਆ ਕੀ। ਨਿਊਟਨ ਸਾਹਿਬ ਤੇ ਆਇਨਸਟਾਈਨ ਸਾਹਿਬ ਸਾਹਮਣੇ ਆ ਗਏ। ਇਹਨਾਂ ਨੇ ਕਿਹਾ ਕਿਹੜਾ ਨੇਚਰ? ਪਾਰਟੀਕਲ ਨੇਚਰ। ਇਹਨਾਂ ਨੇ ਵੀ ਕਿਹਾ ਪਾਰਟੀਕਲ ਨੇਚਰ। ਇਹ ਕੁਝ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਪ੍ਰੂਫ ਕੀਤਾ ਸੀਗਾ ਕਿ ਲਾਈਟ ਜਿਹੜੀ ਹੈ ਇਟ ਇਜ਼ ਆਫ ਟ੍ਰਾਂਸਵਰਸ ਨੇਚਰ, ਮੀਨਸ ਵੇਵ ਨੇਚਰ। ਦੇਖੋ ਨਿਊਟਨ ਸਾਹਿਬ ਆਏ, ਉਹਨਾਂ ਨੇ ਕਿਹਾ ਪਾਰਟੀਕਲ ਨੇਚਰ। ਛੋਟੇ ਸਾਇੰਟਿਸਟ ਆਏ, ਇਹਨਾਂ ਨੇ ਇਹਦਾ ਸਾਥ ਦਿੱਤਾ। ਹਾਈਗਨ ਸਾਹਿਬ ਨੇ ਵੀ ਸਾਥ ਦਿੱਤਾ ਕਿ ਪਾਰਟੀਕਲ ਨੇਚਰ। ਯੰਗਸ ਐਂਡ ਫ੍ਰੈਸਨਲ, ਇਹਨਾਂ ਨੇ ਟ੍ਰਾਂਸਵਰਸ ਨੇਚਰ। ਮੈਕਸਵੈਲ ਨੇ ਵੀ ਕਿਹਾ ਟ੍ਰਾਂਸਵਰਸ ਨੇਚਰ ਮੀਨਸ ਵੇਵ ਨੇਚਰ। ਪਾਰਟੀਕਲ ਨੇਚਰ ਦੋ ਛੋਟੇ ਸਾਇੰਟਿਸਟ ਜਿਨ੍ਹਾਂ ਨੇ ਬਹੁਤ ਸੋਲਿਡ ਪ੍ਰੂਫ ਦੇ ਨਾਲ, ਠੀਕ ਹੈ, ਪ੍ਰੂਫ ਕੀਤਾ ਕਿ ਦੇ ਆਰ ਆਫ ਬੋਥ ਪ੍ਰੂਫ ਦੈਟ ਲਾਈਟ ਬਿਹੇਵਸ ਲਾਈਕ ਅ ਟ੍ਰਾਂਸਵਰਸ ਵੇਵ, ਟ੍ਰਾਂਸਵਰਸ ਨੇਚਰ ਮੀਨਸ ਇਟ ਇਜ਼ ਆਫ ਵੇਵ ਨੇਚਰ। ਪਰ ਇਹਨਾਂ ਨੇ ਜਿਹੜੀਆਂ ਥਿਊਰੀਜ਼ ਦਿੱਤੀਆਂ ਬਹੁਤ ਅੱਛੀਆਂ ਥਿਊਰੀਜ਼ ਦਿੱਤੀਆਂ ਸੀ। ਆਇਨਸਟਾਈਨ ਫੇਰ ਤੋਂ ਆ ਗਏ। ਆਇਨਸਟਾਈਨ ਸਾਹਿਬ ਨੇ ਫਿਰ ਤੋਂ ਕਿਹਾ ਕਿ ਨਹੀਂ, ਲਾਈਟ ਜਿਹੜੀ ਹੈ ਇਟ ਇਜ਼ ਆਫ ਪਾਰਟੀ। ਹੁਣ ਗੱਲ ਮੰਨੀਏ ਤਾਂ ਮੰਨੀਏ ਕਿਹਦੀ? ਠੀਕ ਹੈ, ਇੰਨੇ ਸਾਇੰਟਿਸਟ ਅਲੱਗ-ਅਲੱਗ ਤਰ੍ਹਾਂ ਦੀ ਥਿਊਰੀਜ਼ ਲੈ ਕੇ ਆ ਰਹੇ ਸੀਗੇ। ਇਹਨਾਂ ਦੀ ਲੜਾਈਆਂ ਦੇ ਵਿੱਚ ਆਪਸ ਵਿੱਚ ਸਾਇੰਟਿਸਟ ਲੜ ਰਹੇ ਸੀਗੇ। ਠੀਕ ਹੈ, ਕਿ ਉਹ ਲਾਈਟ ਜਿਹੜੀ ਹੈ ਕਿਸ ਤਰ੍ਹਾਂ ਬਿਹੇਵ ਕਰੇਗੀ, ਪਾਰਟੀਕਲ ਨੇਚਰ ਜਾਂ ਵੇਵ ਨੇਚਰ। ਇਹਨਾਂ ਵਿੱਚ ਇੱਕ ਹੋਰ ਸਾਇੰਟਿਸਟ ਆਏ ਜਿਨ੍ਹਾਂ ਨੇ ਇਹ ਲੜਾਈ ਰੋਕੀ। ਠੀਕ ਹੈ, ਐਕਚੁਅਲੀ ਇਹਨਾਂ ਨੇ ਕਿਹਾ ਲੜਨਾ ਨਹੀਂ ਹੈ। ਠੀਕ ਹੈ, ਕੋਈ ਲੋੜ ਨਹੀਂ ਲੜਨ ਦੀ, ਦੋਨੋਂ ਠੀਕ ਹੋ। ਠੀਕ ਹੈ, ਲੜਨਾ ਨਹੀਂ, ਦੋਨੋਂ ਹੀ ਠੀਕ ਹੋ। ਉਹਨਾਂ ਨੇ ਕੀ ਥਿਊਰੀ ਦਿੱਤੀ? ਤੁਸੀਂ ਕੈਮਿਸਟਰੀ 'ਚ ਇਹ ਵੀ ਟਰਮ ਪੜ੍ਹੀ ਹੋਏਗੀ, ਲੈਮਡਾ ਇਕੁਅਲ ਟੂ H/mv। ਇਹ ਬਹੁਤ ਹੀ ਇੰਪੋਰਟੈਂਟ ਤੇ ਜਾਣੀ ਪਛਾਣੀ ਇਕੁਏਸ਼ਨ ਹੈ। ਤੇ ਇਸ ਇਕੁਏਸ਼ਨ ਨੂੰ ਦਿੱਤਾ ਸੀਗਾ
एक ग्रेट एंड ग्रेट साइंटिस्ट दैट इज डी ब्रोगली। इस डी ब्रोगली ने आके इस सारे दी सारियां ਜਿਹੜੀਆਂ ਲੜਾਈਆਂ ਹੋ ਰਹੀਆਂ ਸੀਗੀਆਂ ਉਹਨਾਂ ਨੂੰ ਰੋਕਿਆ ਕਿਵੇਂ? ਉਹਨੇ ਕਿਹਾ ਲੈਮਡਾ that is of wave nature ਤੇ ਇਹ momentum which m it means it is of particle nature। ਇਹਨੇ ਇੱਕ ਇਹੋ ਜਿਹੀ ਇਕੁਏਸ਼ਨ ਬਣਾਈ ਜਿਹਦੇ ਵਿੱਚ ਦੋਨੋਂ ਹੀ ਪ੍ਰੂਫ ਹੋ ਰਹੇ ਸੀਗੇ, ਪਾਰਟੀਕਲ ਨੇਚਰ ਵੀ ਤੇ ਵੇਵ ਨੇਚਰ ਵੀ, ਮਤਲਬ ਦੋਨੋਂ ਦੇ ਦੋਨੋਂ ਨੇਚਰ ਵਿੱਚ ਆ ਰਹੇ ਸੀਗੇ। ਇਹਨੇ ਇੱਕ ਥਿਊਰੀ ਬਣਾਈ ਲਾਈਟ ਬਿਹੇਵਸ ਐਜ਼ ਅ ਪਾਰਟੀਕਲ as well as wave nature means dual तरह behave करता है, बड़ी इंपॉर्टेंट थ्योरी, ठीक है। light behaves as a dual nature, केड़ा है particle as well as wave, particle as well as wave। ये सीगी भी जनरल इंट्रोडक्शन, ठीक है, कि न्यूटन साहब तो लेके आइंस्टाइन साहब तक सारे कोई कह रहे सी पार्टिकल नेचर, फिर वेव नेचर, प्रूफ दे नाल वेव नेचर, छोटे छोटे साइंटिस्ट है उन्होंने वेव नेचर, फिर महान साइंटिस्ट है उन्होंने फिर तो ਜਿਹੜਾ ਇਹਨਾਂ ਨੇ ਪ੍ਰੂਫ ਕੀਤਾ ਬਹੁਤ ਮੁਸ਼ਕਿਲ ਨਾਲ, ਉਹਨਾਂ ਨੇ ਫਿਰ ਤੋਂ ਉਹਨਾਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਾਂ ਇਹਨਾਂ ਨੇ ਵੀ ਕਾਫੀ ਥਿਊਰੀਜ਼ ਨੂੰ ਐਕਸਪਲੇਨ ਨਹੀਂ ਕਰ ਪਾ ਰਹੇ ਸੀਗੇ, ਠੀਕ ਹੈ। ਤੇ ਪਾਰਟੀਕਲ ਨੇਚਰ ਨੂੰ ਕਿਹਾ ਇਹਨਾਂ ਨੇ, ਠੀਕ ਹੈ। ਫਿਰ ਉਸ ਤੋਂ ਬਾਅਦ ਗ੍ਰੇਟ ਐਂਡ ਗ੍ਰੇਟ ਡੀ ਬਰੋਗਲੀ ਸਾਹਿਬ ਆਏ, ਉਹਨਾਂ ਨੇ ਇਹਨਾਂ ਦੀ ਲੜਾਈ ਨੂੰ ਖਤਮ ਕੀਤਾ। ਇਹਨਾਂ ਨੇ ਕਿਹਾ ਲੜਨਾ ਨਹੀਂ ਹੈ, ਦੋਨੋਂ ਤਰ੍ਹਾਂ ਦੀ ਥਿਊਰੀਜ਼ ਨੂੰ ਇਹ ਫੋਲੋ ਕਰਦਾ ਹੈ। ਲਾਈਟ ਬਿਹੇਵਸ ਐਜ਼ ਅ ਪਾਰਟੀਕਲ ਐਜ਼ ਵੈਲ ਐਜ਼ ਵੇਵ ਨੇਚਰ, ਦੋਨੋਂ ਤਰ੍ਹਾਂ ਦੀ ਥਿਊਰੀਜ਼ ਨੂੰ ਐਕਸਪਲੇਨ ਕਰਦਾ ਹੈ। ਇਹ ਕਲੀਅਰ ਹੈ। ਹੁਣ ਆਪਾਂ ਨੈਕਸਟ ਟਰਮ ਤੇ ਵੱਲ ਵਧਦੇ ਹਾਂ। ਹਾਂਜੀ, ਹੁਣ ਨੈਕਸਟ ਟਰਮ ਆਪਾਂ ਜਿਹੜੀ ਕਰਨੀ ਹੈ ਦੈਟ ਇਜ਼ ਵੇਵ ਫਰੰਟ। ਵੇਵ ਫਰੰਟ ਹੁੰਦਾ ਕੀ ਹੈ? ਫਰੰਟ ਦਾ ਮਤਲਬ ਕੀ ਹੁੰਦਾ? ਅੱਗੇ, ਵੇਵ ਦੇ ਅਗਲਾ ਪੋਰਸ਼ਨ, ਫਰੰਟ ਵਾਲਾ ਪੋਰਸ਼ਨ, ਅੱਗੇ ਵਾਲਾ ਪੋਰਸ਼ਨ ਜਿਹੜਾ ਬਣ ਰਿਹਾ ਦੈਟ ਇਜ਼ ਵੇਵ ਦਾ ਫਰੰਟ ਪੋਰਸ਼ਨ, ਦੈਟ ਇਜ਼ ਵੇਵ ਫਰੰਟ। ਹੁਣ ਵੇਵ ਫਰੰਟ ਹੈ ਕੀ ਹੈ? ਦੈਟ ਇਜ਼ ਕੰਟੀਨਿਊਸ ਲੋਕਸ ਆਫ ਆਲ ਸੱਚ ਪਾਰਟੀਕਲਸ which are vibrating in the same phase at any instant, ਕਿਸੇ ਵੀ particular instant ਤੇ ਆਪਾਂ ਦੇਖੀਏ। ਫੋਰ ਐਗਜ਼ਾਮਪਲ ਸਾਡੇ ਕੋਲ ਇਸ ਫਾਰਮ 'ਚ ਜਿਵੇਂ ਆਪਾਂ ਇੱਕ ਐਗਜ਼ਾਮਪਲ ਦਈਏ ਕਿ ਜਿਵੇਂ ਇੱਕ ਰੂਮ ਦੇ ਵਿੱਚ ਪਾਣੀ ਹੈ, ਠੀਕ ਹੈ, ਆਪਾਂ ਉਹਨੂੰ ਪਾਣੀ ਨੂੰ ਮਤਲਬ ਕਿ ਫੋਰ ਐਗਜ਼ਾਮਪਲ ਟੂਟੀ ਖੋਲਤੀ ਹੈ, ਪਾਣੀ ਦਾ ਫਲੋ ਮੂਵ ਕਰ ਰਿਹਾ, ਤੇ ਉਹ ਜਿਹੜਾ ਪਾਣੀ ਦਾ ਫਲੋ ਹੋਊਗਾ ਕੰਟੀਨਿਊਸਲੀ ਤੁਸੀਂ ਦੇਖੋਗੇ ਐਵੇਂ ਸਟ੍ਰੇਟ ਲਾਈਨ ਜਾਣ ਦੀ ਜਗ੍ਹਾ ਉਹ ਕੀ ਹੈ ਇਸ ਫਾਰਮ ਜਾਣ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ। ਕਿਵੇਂ ਜਾਣ ਦੀ ਕੋਸ਼ਿਸ਼ ਕਰਦਾ ਇਸ ਫਾਰਮ ਦੇਖੋ, ਫੋਰ ਐਗਜ਼ਾਮਪਲ ਜਾਂ ਜਨਰਲ ਦੇਖੋ, ਤੁਸੀਂ ਪਾਣੀ ਦੇ ਵਿੱਚ ਪੱਥਰ ਫੇਂਕਦੇ ਹੋ, ਠੀਕ ਹੈ, ਤੇ ਉਹਦੀ ਜਿਹੜੀ ਵਾਈਬ੍ਰੇਸ਼ਨਸ ਨੇ, ਉਹਦੀ ਜਿਹੜੀ ਵਾਈਬ੍ਰੇਸ਼ਨਸ ਆ ਉਹ ਇਕੁਅਲੀ ਡਿਵਾਈਡ ਹੁੰਦੀਆਂ। ਪਾਣੀ ਦੇ ਪੱਥਰ ਜਦ ਫੇਂਕਿਆ ਤੁਸੀਂ, ਇਹ ਫੋਰ ਐਗਜ਼ਾਮਪਲ ਪੈਬਲ, ਇਹਨੇ ਜਿਹੜੇ ਪਾਣੀ ਦੇ ਵਿੱਚ ਪਾਰਟੀਕਲਸ ਹੋਣਗੇ ਉਹਨਾਂ ਵਿੱਚ ਇੱਕ ਡਿਸਟਰਬੈਂਸ ਕ੍ਰੀਏਟ ਕਰਨੀ ਹੈ ਇਨ ਦਾ ਫਾਰਮ ਆਫ ਵੇਵ ਇਸ ਫਾਰਮ 'ਚ, ਠੀਕ ਹੈ। ਸਿਮਿਲਰਲੀ ਇੱਥੇ ਵੀ ਇੱਕ ਡਿਸਟਰਬੈਂਸ ਕ੍ਰੀਏਟ ਹੋਏਗੀ, ਹਰ ਤਰਫ ਇੱਕ डिस्टर्बेंस क्रिएट होगी, ठीक है, हर तरफ इक्वल डिस्टर्बेंस क्रिएट होगी इदा वेव की तरह, ठीक है। जब आप इन्हों ज्वाइन करांगे ना इस फॉर्म च, इधर ए वाला पोर्शन, ए वाला पोर्शन, ए वाला पोर्शन, ए वाला पोर्शन ते, ठीक है, जब आप ज्वाइन करांगे ये की है इस फॉर्म च एक सर्कल बनाता होगा, ठीक है। मतलब कि इनू समझने की कोशिश करना, मैं थोड़ा कलरफुल चौक नाल दस दिंदा तुहानू, ठीक है। फॉर एग्जांपल साडे कोल इस फॉर्म च सर्कल बनता है, ये वाइब्रेशंस है, तो इस तो बाद एक होर वाइब्रेशंस आ रही हैं इस फॉर्म च अगे दे अगे, इस सेंटर पेबल दे करके ये डिस्टर्बेंस क्रिएट हो रही है। हुण जिहड़ियां सेंटर तो इधरों दी डिस्टर्बेंस क्रिएट हो रही हैं, ध्यान नाल देखो, इत्थे जिहड़ा पार्टिकल होएगा वो फॉर एग्जांपल इदां चल रहा होएगा, ठीक है। ए वाला पार्टिकल इधर दी इस फॉर्म चलता होगा, ए वाला पार्टिकल इस फॉर्म जाता होगा। हुण देखो इहदा जिहड़ा ऊपर वाला पोर्शन है, ऊपर वाला पोर्शन आपां याद करो इस फॉर्म पढ़ते हुंदे सीगे क्रेस्ट ट्रफ, इहदी क्रेस्ट सारियां आपां ज्वाइन करतीआं, जिन्नियां भी क्रेस्ट सीगियां, ठीक है, सारी दी सारियां क्रेस्ट आपां ज्वाइन करतीआं, ठीक है। इस ट्रफ नूं ज्वाइन करता, इधर ट्रफ ज्वाइन करता ते इत्थे क्रेस्ट ज्वाइन करता। जब आप इसका क्रेस्ट ज्वाइन कर रहे हैं, ठीक है, जब आप इसका क्रेस्ट ज्वाइन कर रहे हैं, ए वाला पॉइंट, 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 ये सारे के सारे जब आप देखते हैं ए वाला इधरों दी ए वाला डिस्टेंस, ए वाला डिस्टेंस, ए वाला डिस्टेंस, ए वाला डिस्टेंस, ये सारे का डिस्टेंस बिल्कुल सेम आता है। सिमिलरली जिवें जिवें आगे बढ़ रहे हैं, ਇਹਦਾ ए वाला डिस्टेंस, ए वाला डिस्टेंस, ए वाला डिस्टेंस, ए वाला डिस्टेंस, ए वाला डिस्टेंस,
ਇਹ ਜਿਹੜੀ ਵਾਈਬ੍ਰੇਸ਼ਨਸ ਪ੍ਰੋਡਿਊਸ ਕਰਵਾ ਰਿਹਾ, ਇਸ ਟਰਮ ਨੂੰ ਸਮਝਿਓ ਕੰਟੀਨਿਊਸ ਲੋਕਸ ਆਫ ਆਲ ਸਚ ਪਾਰਟੀਕਲਸ, ਜਿੰਨੇ ਵੀ ਲੋਕਸ ਦੇ ਪਾਰਟੀਕਲਸ ਬਣਾ ਰਹੇ ਆ, ਪਾਰਟੀਕਲ ਜਿੰਨੇ ਵੀ ਇੱਥੇ ਪਏ ਆ, ਕੰਟੀਨਿਊਸ ਲੋਕਸ ਆਫ ਆਲ ਸਚ ਪਾਰਟੀਕਲਸ ਵਿਚ ਆਰ ਵਾਈਬ੍ਰੇਟਿੰਗ ਇਨ ਦਾ ਸੇਮ ਫੇਸ। ਫॉर एग्जांपल ਇਹ ਪਾਣੀ ਦੇ ਵਿੱਚ ਸੀਗਾ ਤੇ ਪਾਣੀ ਦੇ ਵਿੱਚ ਸੇਮ ਫੇਸ ਆ ਗਿਆ, ਵਿਚ ਆਰ ਵਾਈਬ੍ਰੇਟਿੰਗ ਇਨ ਦਾ ਸੇਮ ਫੇਸ ਮੀਨਸ ਵਾਟਰ ਦੇ ਅੰਦਰ ਜਿਹੜੇ ਵਾਈਬ੍ਰੇਸ਼ਨਸ ਪ੍ਰੋਡਿਊਸ ਕਰ ਰਹੇ ਆ, ਕੰਟੀਨਿਊਸ ਲੋਕਸ ਆਫ ਵਿਚ ਆਰ ਵਾਈਬ੍ਰੇਟਿੰਗ ਇਨ ਦਾ ਸੇਮ ਫੇਸ ਐਟ ਐਨੀ ਇੰਸਟੈਂਟ ਆਰ ਕਾਲਡ ਵੇਵ ਫਰੰਟ। ਇਹਨੂੰ ਆਪਾਂ ਵੇਵ ਫਰੰਟ ਕਹਿੰਦੇ। ਮੀਨਸ ਇਹ ਜਿਹੜਾ ਬਣਦਾ ਪਿਆ, ਇਹ ਬਣ ਰਿਹਾ, ਇਹ ਜਿਹੜਾ ਬਣਦਾ ਪਿਆ, ਦਿਸ ਇਜ਼ ਕਾਲਡ ਦਾ ਵੇਵ ਫਰੰਟ। ਕਲੀਅਰ ਹੋ ਰਹੀ ਹੈ? ਇਹ ਵੇਵ ਦਾ ਇਸ ਫਾਰਮ ਚ, ਠੀਕ ਹੈ, ਇਹ ਜਿਹੜਾ ਪਾਰਟ ਬਣ ਰਿਹਾ ਹੈ, ਠੀਕ ਹੈ, ਦਿਸ ਇਜ਼ ਕਾਲਡ ਦਾ ਵੇਵ ਫਰੰਟ। ਠੀਕ ਹੈ, ਸਿਮਿਲਰਲੀ ਆਪਾਂ ਇਹਨੂੰ ਜੁਆਇਨ ਕਰਾਂਗੇ, ਇਹ ਵੇਵ ਫਰੰਟ, ਦੂਸਰਾ ਵੇਵ ਫਰੰਟ, ठीक है। नेक्स्ट टाइम सोन जिन्हें मर्जी वेव फ्रंट बनाइयो, मीनस ए इस फॉर्म च वेव फ्रंट बनाने की कोशिश कर रहा है इस फॉर्म च, ठीक है, ये वेव फ्रंट बनते हुए क्लियर हो रही है। दीज आर द वेव फ्रंट, मतलब कि वो वेव्स दे करके जेड़ा फ्रंट बनांदा हुंदा है, दैट इज कॉल्ड द वेव फ्रंट। एक क्लियर हो रही है टर्म वेव फ्रंट, ठीक है। हुन उस तो बाद देखो ਇਹਦੇ ਵਿੱਚ ਜਿਹੜੀ फेस स्पीड होगी ना, फॉर एग्जांपल ए पार्टिकल इस फॉर्म सर्कल बनाता ਆਪਾਂ, ये पार्टिकल ने इस पॉइंट तो लेके इस पॉइंट तक आने लिए 1 सेकंड लिया इस फॉर्म दी वेव दे लिए, ठीक। सिमिलरली इत्थे जेड़ा पार्टिकल होगा ना वो भी 1 सेकंड ही लेगा, इत्थे जेड़ा पार्टिकल आएगा वो भी 1 सेकंड ले रहा होगा, इत्थे भी 1 सेकंड ले रहा होगा, मतलब सारे सारे जितने भी पार्टिकल्स ने, ठीक है, वो सारे सारे 1 सेकंड में इत्थे पहुंच रहे हैं, मतलब सारे दा क्रेस्ट जेड़ा ना, सारे दा क्रेस्ट वो 1 सेकंड ते इस पॉइंट ते आके मीट कर रहा है। मीनस इन्हां दी जेह्ड़ी फेस स्पीड है, फेस स्पीड जेह्ड़ी है वो सेम है, ते फेस स्पीड हुंदी की है, ये जेह्ड़ा फेस दे विच चलदा हुंदा है, ए वाली स्पीड, ए वाली स्पीड, ए वाली स्पीड, दैट इज कॉल्ड द फेस स्पीड। उस फेस दे विच स्पीड कितनी है, मतलब कि एदा ए वाला फेस अलग होएगा, अगले वाला फेस अलग होएगा, इस फॉर्म च इस फेस दी स्पीड अलग होएगी, इस फेस दी स्पीड अलग होएगी, इस फेस दी स्पीड अलग होएगी, ठीक है। ते सेम फेस विच सेम होएगी, क्लियर है। हुन इस तो बाद एक नवी टर्म आंदी है, दैट इज रे। हुन देखो ए इस फॉर्म च आपां कीता, ये रे ये देखो इस फॉर्म च जा रही सी, फॉर एग्जांपल इधर जा रही है, ठीक है। आपां एक इधरों दी एरो ड्रॉ कर देंगे हैं, इस रे ली, दूसरी वाली इस फॉर्म च जा रही है क्योंकि इलेक्ट्रोमैग्नेटिक नेचर है, इहदे लई इस फॉर्म च रे ड्रॉ कर देंगे हैं। हुन देखो ध्यान नाल देखियो, एक ही है, दिस इज द वेव फ्रंट, ते ए एरोहेड है, एरोहेड, दिस एरोहेड शोज रे, की शो करता है रे, क्लियर। वेव फ्रंट तो कट करके जाने वाली लाइन, दैट इज रे। हुन ये जेडी वेव्स जा रही सी, वेव्स जा रही सी, इस फॉर्म में वेव जा रही है, ठीक है। एक रे दी डायरेक्शन शो करती है कि इस डायरेक्शन में रे जा रही है। हुन देखो लॉजिकली देखे, अगर मैं इन्हें जूम करके दिखावा, ये इस फॉर्म से जा रही रे, इस वेव फ्रंट तो परपेंडिकुलर। सिमिलरली जिस मर्जी पोर्शन तो चक्का, अगर मैं इस पोर्शन तो भी चकूंगा, ए रे इस पोर्शन तो परपेंडिकुलर जा रही है, अगर मैं इस फॉर्म भी दसूंगा, इस रे ए रे इस पोर्शन तो परपेंडिकुलर जाती है। मीनस रे एक्चुअली है कि एक ओवरहेड जेते लगा हुए ते विच मेक्स या विच इज परपेंडिकुलर टू वेव फ्रंट, ठीक है। वेव फ्रंट तो परपेंडिकुलर हो गए। हुन देखो जी रेज ने वो अलग अलग तरह दी होंदियां, रेज जी वो अलग अलग तरह दी करनियां, ते इस रेज दे करके सॉरी इस रेज दे करके जेडे वेव फ्रंट बनते हैं, बिकॉज ऑफ दिस रे जेडे वेव फ्रंट बनते हैं, जेडे वेव फ्रंट बनते हैं वो अलग अलग तरह नाल आपां शो करने हैं। सब तो पहले देखो जेडे वेव फ्रंट बनणगे, फर्स्ट इज ऑफ प्लेन वेव फ्रंट, क्लियर। सेकंड दैट इज ऑफ cylindrical wave front and the other one is of spherical wave front। जब आप पॉइंट ऑब्जेक्ट की गल करांगे तो spherical wave front, अगर आप लाइन की गल करांगे तो इस फॉर्म अगर आप एक पर्टिकुलर प्लेन की गल करांगे ना, हम तो पता चल रहा है दैट इज 2D
प्लेन वेव फ्रंट क्लियर है। हुण आपां ये डिस्कस करते हैं व्हाट आर प्लेन वेव फ्रंट, सिलेंड्रिकल वेव फ्रंट एंड स्फेरिकल वेव फ्रंट। हाँ जी, नेक्स्ट जिहड़ी आपां टाइप्स करनी है, फर्स्ट इज ऑफ स्फेरिकल वेव फ्रंट। स्फेरिकल वेव फ्रंट नाम तो पता है स्फीयर, ये मैं तुहानूं उस वेले भी लिखवाया सीगा अगर कोई पॉइंट ऑब्जेक्ट होएगा, दिस इज फॉर पॉइंट ऑब्जेक्ट, ठीक है। जिवें कि आपां एक पैबल थ्रो किया पानी दे विच ते इन्हें की करना है, इन्हें डिस्टर्बेंस क्रिएट करके इस फॉर्म च वेव फ्रंट बनाने शुरू कर देने, इस फॉर्म च वेव फ्रंट बनाने शुरू कर देने। इस टाइप दे पॉइंट ऑब्जेक्ट दे जिहड़े वेव फ्रंट बनते हैं, इट इज ऑफ स्फेरिकल इन शेप, आउटवर्ड डायरेक्शन विच, ठीक है। दिस टाइप ऑफ वेव फ्रंट आर कॉल्ड स्फेरिकल वेव फ्रंट, दिस इज फॉर पॉइंट ऑब्जेक्ट। हुण देखो अगर आपां दूसरे पॉइंट की गल करिए, दैट इज फॉर सिलेंड्रिकल वेव फ्रंट, एक स्लिट ली इस फॉर्म च, ठीक है। इस स्लिट तो आपां की करांगे, ठीक है, इधरों दी वेव फ्रंट निकलणगे जिवें इस फॉर्म च निकल सी लाइन तो, फॉर एग्जांपल आपां इस फॉर्म च एक डॉटेड लाइन इस फॉर्म च करती ए बनाता इस फॉर्म च। हुण देखो लॉजिकली देखिया जाए, इधरों दी जिहड़ियां रेज जाणगियां इस फॉर्म च बाहर नूं जा रही होणगियां, इधरों भी बाहर नूं जा रही होणगियां, इधरों भी बाहर नूं जा रही होणगियां, हर डायरेक्शन ते इधर उधरों भी जा रही होणगियां, ते डॉट पा दिंदे आ अंदर ते बाहर दोनों पासे, किसी भी पासे ये बाहर नूं आ रही हैं, इधरों दी डॉट दा मतलब बाहरले पासे आ रही हैं। हुण देखो जिहड़ियां इस पॉइंट ते होणगियां, जिहड़ियां बिल्कुल उपरले सरफेस ते होणगियां, वो इधर भी जा रही होणगियां, इदां भी जा रही होणगियां ते इस फॉर्म च भी जा रही होणगियां, ठीक है। सिमिलरली ये भी इदां होणगियां, ठीक है। पर सिमिलरली इस पॉइंट ते जिहड़ियां होणगियां इस फॉर्म च भी जा रही होणगियां, इदां भी बना रहे होणगे, ठीक है, हर डायरेक्शन विच इस फॉर्म च शो कर रहे होणगे। हुण देखो ये जिहड़ा हैगा ना, इत्थे देखो ये डिस्टर्बेंस ते ये डिस्टर्बेंस, ठीक है, एक सिलेंड्रिकल शेप बना रही है, ठीक है। मीन सिलेंड्रिकल शेप वास्ते सानू लाइन चाहिए। अगर कोई भी लाइन की गल करें मीनस वो किहड़ा वेव फ्रंट रहेगी, इट ऑलवेज फॉर्म्स अ सिलेंड्रिकल वेव फ्रंट। द लास्ट दैट इज प्लेन वेव फ्रंट। प्लेन वेव फ्रंट किस फॉर्म च हुंदा है, ठीक है। ये कद हुंदा प्लेन वेव फ्रंट कद बनदा है, इस फॉर्म देखो ये अपना प्लेन आ गया। ये उदों पॉसिबल है जब रेज जिहड़ियां रेज कमिंग फ्रॉम वेरी लार्ज, आपां क्या बहुत ज़्यादा दूरों दी आंदी होण रेस, फॉर एग्जांपल इस फॉर्म च आ रही रेस तो स्ट्रेट लाइन आंदियां ही लगणगियां, हमेशा ही स्ट्रेट लाइन आंदियां ही लगणगियां, तो वो जिहड़ा वेव फ्रंट होगा इट इज ऑफ प्लेनर वेव फ्रंट, ठीक है, इस फॉर्म च, ठीक है। जिहड़े मर्जी पॉइंट तो आपां इधरों चक लीए प्लेन वेव फ्रंट मीनस प्लेन वेव फ्रंट बनांदा हुंदा है। तीन तरह दी रेस पढ़ ली आपां, स्फेरिकल वेव फ्रंट पॉइंट ऑब्जेक्ट, लाइन होवे सिलेंड्रिकल, इनफाइनाइट तो आ रही है, हुण काफी लार्ज डिस्टेंस तो आ रही है, प्लेन वेव फ्रंट, क्लियर है। हुण देखो दो वेव फ्रंट, ये जिहड़ियां वेव फ्रंट है इन्हां तो इलावा कुछ छोटे टर्म्स ने जिहड़ियां तुसीं इहदे विच पढ़नी है, कुछ छोटी जिहियां टर्म्स जो तुहानूं शायद पता भी होण। एक हुंदी है कन्वर्जिंग वेव फ्रंट, नाम तो पता चल रहा है, कन्वर्जिंग वेव फ्रंट ते डाइवर्जिंग वेव फ्रंट, दो तरह के वेव फ्रंट पढ़ने हैं, कन्वर्जिंग वेव फ्रंट एंड कन्वर्जिंग वेव फ्रंट एंड डाइवर्जिंग वेव फ्रंट। कन्वर्जिंग किहड़े होंगे, फॉर एग्जांपल इधरों दी एक रे आई इस पॉइंट पे मीट कर रही है, इधरों दी रे आई वो भी इस पॉइंट पे आके मीट कर रही है, इधरों रे आई इस पॉइंट पे मीट कर रही है, इधरों भी रे आ रही है इस पॉइंट पे मीट कर रही है, इधरों भी रे आ रही है इस पॉइंट पे मीट कर रही है। मीनस जिन्नियां मर्जी रेस जिधरों मर्जी हैं सारियां एक पर्टिकुलर पॉइंट पे आके मीट कर रही हैं। दिस टाइप ऑफ रेज आर कॉल्ड कन्वर्जिंग रे, मीनस ऑल द रेज मीट एट अ पर्टिकुलर पॉइंट, दैट इज कॉल्ड कन्वर्जिंग वेव फ्रंट। ये जिहड़ा वेव फ्रंट हैगा वो किहड़ा है, कन्वर्जिंग वेव फ्रंट। डाइवर्जिंग वेव फ्रंट किहड़ा हैगा, ये आई फॉर एग्जांपल इधरों दी की बार, इधरों दी की बार, एक पॉइंट तो एक कॉमन पॉइंट है कि मीट करन, कन्वर्जिंग है। अगर कॉमन पॉइंट तो दूर जान, ये डाइवर्जिंग है, ठीक है। टूवर्ड्स ते अवे, ठीक है। ये दो टाइप से वेव फ्रंट होंगे, कन्वर्जिंग वेव फ्रंट एंड डाइवर्जिंग वेव फ्रंट। हाँ जी, जी नेक्स्ट टाइम आपां हुण करनी है दैट इज हाइगन्स प्रिंसिपल। हाइगन्स है की है, यही जिहड़ी डेफिनेशन है वही अजम्पशंस विच आपां यूज करनी है। डेफिनेशन की है, ईच पॉइंट ऑन अ वेव फ्रंट, मतलब वेव फ्रंट का जिहड़ा भी पॉइंट आपां चकांगे, हर एक पॉइंट जिहड़ा चक रहे हैं
इज अ सोर्स ऑफ सेकेंडरी वेव्स। वो जो पॉइंट बना रहा है वेव फ्रंट बनाएगा वो की है वो सोर्स होएगा अगली वेव बनाने ली विच एड्स अप एंड गिव अ वेव फ्रंट एट एनी लेटर टाइम। मतलब कि वो एड अप करके उन्हें जब आप ऐड करांगे सारी सारी वेव फ्रंट नु वो की बनाएगा वेव फ्रंट एट एनी लेटर टाइम। उन असम्पशंस भी देखो। सब तो पहली दी असम्पशन है दैट इज each point on a wavefront act as a fresh source of new disturbance and gives us secondary वेव फ्रंट। मतलब कि जिहड़ा भी प्राइमरी वेव फ्रंट है ईच पॉइंट होना एप्रोप्रिएट लिखना तो प्राइमरी वेव फ्रंट ईच पॉइंट होना प्राइमरी वेव फ्रंट एक्ट एज अ फ्रेश सोर्स ऑफ न्यू डिस्टर्बेंस व्हिच गिव्स अस अ सेकेंडरी वेव फ्रंट। मींस इस फॉर्म ਸਾਡੇ ਕੋਲ ਇੱਕ वेव फ्रंट ਸੀ ਆਪਾਂ पॉइंट सोर्स लिया उस पॉइंट सोर्स ਦੇ ਕਰਕੇ ਇੱਥੇ 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 ਪਾਰਟੀਕਲਸ ਨੇ ਫॉर एग्जांपल ਇੱਥੇ ਕਾਫੀ ਮਿਲੀਅਨਸ ਪਾਰਟੀਕਲਸ ਨੇ ठीक है। वही मैं तुहानूं दस्सिया सीगा ये जा रहा इदां ये जा रहा इदां ठीक है। ਇਹਦਾ एक वेव फ्रंट इस फॉर्म ड्रा हो गया फिर अगला वेव फ्रंट आएगा ये उसी फॉर्म च वेव फ्रंट है। इतने ਜਿਹੜੇ पार्टिकल्स होंगे ठीक है ये जिन्ने भी पार्टिकल्स है फॉर एग्जांपल इतने पार्टिकल नंबर 1 2 3 4 5 6 7 8 9 इस फॉर्म 9 पार्टिकल्स ने फॉर एग्जांपल सिर्फ 9 पार्टिकल्स लेके वैसे इनफाइनाइट पार्टिकल्स ने अपन सिर्फ उधर जनरल एग्जांपल दी पहुंच। इस पार्टिकल्स ने अगले पार्टिकल को डिस्टर्ब किया होगा इस पार्टिकल ने अगले पार्टिकल को डिस्टर्ब किया होगा इस पार्टिकल ने अगले पार्टिकल को डिस्टर्ब किया होगा सिमिलरली अगले पार्टिकल को डिस्टर्ब किया होगा सारे सारे पार्टिकल्स अगले पार्टिकल्स को डिस्टर्ब करेंगे क्योंकि ये पार्टिकल्स इस फॉर्म पे होंगे। इन्हें की करना है इन्हें डिस्टर्ब करना है डिस्टर्ब करके अपनी पोजीशन पे आ जाना फिर इन्हें डिस्टर्ब करना अपनी डिस्टर्ब करके पोजीशन पे आ जाना ये डिस्टर्बेंस करता करता इस फॉर्म डिस्टर्ब करिए रहा है और जो डिस्टर्ब करता है तो इत्थे भी क्या कर रहा है एक वेव फ्रंट तैयार हो रहा है। ये किसी का साढ़े को प्राइमरी वेव फ्रंट इस प्राइमरी वेव फ्रंट दे करके ये सोर्स है फॉर एग्जांपल सब तो पहला एक वेव फ्रंट तैयार होया उस वेव फ्रंट ने इनू पी नाम देता उस वेव फ्रंट दे करके एक होर वेव फ्रंट तैयार होया जिन्हों पर नाम देता एस। पी इज द सेकेंडरी वेव फ्रंट एस इज द P is the primary wavefront and S is the secondary wavefront. हर एक primary wavefront is a fresh source of new disturbance and that disturbance act as a secondary waves. ਹੁਣ for example ये ਜਿਹੜੀ secondary wave आई है ਇਹਦੇ ਅੱਗੇ ਵੀ particles ਹੋਣਗੇ ਉਹਨਾਂ ਨੇ ਅਗਲੇ particles ਨੂੰ disturb ਕੀਤਾ ਹੈਗਾ। ਇਹ secondary ਵਾਲੀ ਮੈਂ ਇਹਨੂੰ assume ਕਰ ਲਿਆ primary wavefront ਦੂਸਰੇ ਵਾਲੇ ਲਈ ਤੇ ਇਹਦੀ ਜਿਹੜੀ ਬਣੂਗੀ ਉਹਨੂੰ ਆਪਾਂ assume ਕਰ ਲੈਣਾ secondary। similarly यही process ਅੱਗੇ ਦੇ ਅੱਗੇ ਇਸ ਫਾਰਮ ਚੱਲਦਾ ਜਾਏਗਾ ਅੱਗੇ ਦੇ ਅੱਗੇ wavefronts ਬਣਦੇ ਜਾਣਗੇ। ਇਹਦੀ ਸੈਕਿੰਡ ਅਸੰਪਸ਼ਨ ਦੇਖੋ ਹੁਣ ਦੇਖੋ ਜਿਹੜੀ ਸੈਕੰਡਰੀ ਵੇਵ ਫਰੰਟ ਹੈਗੀ ਹੈ ਠੀਕ ਹੈ ਇਹ ਜਿਹੜੀ ਸੈਕੰਡਰੀ ਵੇਵ ਫਰੰਟ ਹੈ ਇਹ ਜਿਹੜੀ ਸੈਕੰਡਰੀ ਵੇਵ ਫਰੰਟ ਹੈਗੀ ਹੈ ਹਾਂਜੀ ਹੁਣ ਦੇਖੋ ਸੈਕੰਡਰੀ ਵੇਵਲੇਟ ਜਿਹੜੀ ਹੈ ਇਟ ਟਰੈਵਲਸ ਵਿਦ ਸਪੀਡ ਆਫ ਲਾਈਟ ਇਨ ਆਲ ਡਾਇਰੈਕਸ਼ਨ ਮੀਨਸ ਹਰ ਡਾਇਰੈਕਸ਼ਨ ਵਿੱਚ ਉਹ ਕਿਵੇਂ ਟਰੈਵਲ ਕਰੇਗੀ ਸਪੀਡ ਆਫ ਲਾਈਟ ਦੇ ਨਾਲ ਜਿਹੜੀ ਸੈਕੰਡਰੀ ਵੇਵਲੇਟਸ ਹੈ ਇਹ ਦੇਖੋ ਇਹ ਜਾ ਰਹੀਆਂ ਹੋਣਗੀਆਂ ਸਾਰੀਆਂ ਸਾਰੇ ਪਾਰਟੀਕਲਸ ਟਰੈਵਲ ਕਰ ਰਹੇ ਆ ਕਿਹੜੀ ਵੀ ਸਪੀਡ ਨਾਲ ਜਾ ਰਹੇ ਆ it travels with speed of light now means 3 into 10 raised to power 8 meter per second means इतने ਜਿਹੜੀ light है हर direction में जाएगी ठीक है with speed of light ठीक। ਹੁਣ last case that is the new wavefront at any later time is given by the forward envelope। ਹੁਣ ਜਿਹੜਾ ਨਵਾਂ wavefront ਬਣੇਗਾ ਉਹ ਕੀ ਹੈ is given by the forward envelope of the secondary wavelet। ਉਹ ਫॉरवर्ड एनवेलप बन जाएगा सेकेंडरी वेवलेट ਦਾ ਜਿਵੇਂ ਮੈਂ ਤੁਹਾਨੂੰ ਇੱਥੇ ਦੱਸਿਆ ਇਹ ਸੈਕੰਡਰੀ ਸੀਗਾ ਇਹਨੇ ਅਗਲੇ ਵਾਲੇ ਲਈ ਇਹ ਕੀ ਬਣ ਗਿਆ ਲੇਟਰ ਵਾਲੇ ਲਈ ਇਹ ਬਣ ਗਿਆ ਪ੍ਰਾਇਮਰੀ। ਹੁਣ ਇਹ ਵਾਲਾ ਲੇਟਰ ਵਾਲੇ ਲਈ ਕੀ ਬਣ ਜਾਏਗਾ ਪ੍ਰਾਇਮਰੀ। ਇਸ ਫਾਰਮ 'ਚ ਚੱਲਦੀ ਰਹੇਗੀ ਸੀਰੀਜ਼ ਕਲੀਅਰ ਹੈ। ਹੁਣ ਦੇਖੋ ਮੈਂ ਤੁਹਾਨੂੰ ਇੱਥੇ ਇੱਕ ਕੁਐਸਚਨ ਦੇ ਰਿਹਾ ਠੀਕ ਹੈ ਤੇ ਉਹਨੂੰ ਟਰਾਈ ਕਰਿਓ ਮੈਂ ਥੋੜਾ ਜਿਹਾ ਉਹਦੇ ਹਿੰਟ ਦੇ ਦੂੰਗਾ नो प्राइमरी नो बैकवर्ड वेव फ्रंट इज पॉसिबल इस फॉर्म पूछ गया नो बैकवर्ड वेव फ्रंट ਤੁਹਾਨੂੰ ਮੈਂ ਹਿੰਟ ਦੇ ਦੇਣਾ ਮੈਥਮੈਟੀਕਲ ਹਿੰਟ ਦੇ ਦੇਣਾ ਕਿ ਉਹ ਸਿਰਫ ਫਾਰਵਰਡ ਡਾਇਰੈਕਸ਼ਨ ਵਿੱਚ ਜਾਂਦਾ ਹੈ ਬੈਕਵਰਡ ਡਾਇਰੈਕਸ਼ਨ ਵਿੱਚ ਰੇਸ ਉਹਦਾ ਕਾਰਨ ਕੀ ਹੈਗਾ
ठीक है, जिवें आपां टॉर्च भी मारते गए हैं ਉਹਦੀ रेस अगली डायरेक्शन जा रही है, पिछली डायरेक्शन में नहीं जाती है। कट करदियां की करदियां मैं ਉਹਦਾ हिंट दे दिंदा मैथमेटिकल, होपफुली ਤੁਹਾਨੂੰ हिंट तो ही सारा कुछ समझ आ जाएगा। एक फॉर्मूला है 1 + cos थीटा जो कि ਇਹ ਵੇਵ ਫਰੰਟ ਦੇ ਲਈ यूज करते हैं ਆਪਾਂ, ठीक है, हाइगन साहब ने जो यूज किया ਸੀਗਾ। इस फॉर्मूले के अकॉर्डिंग बैकवर्ड वेव फ्रंट ਜਿਹੜੀ है, बैकवर्ड वेव फ्रंट ਜਿਹੜਾ है इट मेक्स एन एंगल ऑफ 180 डिग्री। अगर 180 डिग्री बना रहा है तो cos 180 -1 ਤਾਂ ਵੇਵ ਫਰੰਟ ਬਣਨ ਦੇ ਚਾਂਸ ਹੁੰਦੇ ਹੀ ਨਹੀਂ ਹੈ। ਮੈਥਮੈਟਿਕਲੀ ਇਹ ਪ੍ਰੂਫ ਹੋ ਗਿਆ ਕਿ 1 + cos ਥੀਟਾ ਇੱਕ ਜਨਰਲ ਇਕੁਏਸ਼ਨ ਚ ਕੋਈ ਹੈ ਵੇਵ ਫਰੰਟ ਦੇ ਲਈ। ਫਾਰਵਰਡ ਜਾਂਦਾ ਥੀਟਾ ਦੇ ਅਕੋਰਡਿੰਗ ਉਹਦੀ ਵੈਲਿਊ ਵੇਰੀ ਕਰਦੀ ਹੁੰਦੀ ਹੈ। ਬੈਕਵਰਡ ਦੇ ਲਈ ਬਿਲਕੁਲ ਬੈਕਵਰਡ ਦੇ ਲਈ ਇਟ ਇਜ਼ 180 cos 180 -1 ਤੇ -1 ਮੀਨਸ 0। ਕਲੀਅਰ? ਇਹ ਸੀਗਾ ਹਾਈਗਨਸ ਦੀ ਜਨਰਲ ਇੰਟਰੋਡਕਸ਼ਨ। ਠੀਕ ਹੈ, ਅੱਜ ਆਪਾਂ ਸਾਇੰਟਿਸਟ ਦੇ ਉੱਤੇ ਜਨਰਲ ਇੰਟਰੋਡਕਸ਼ਨ ਤੇ ਹਾਈਗਨ ਸਾਹਿਬ ਦੀ ਜਨਰਲ ਇੰਟਰੋਡਕਸ਼ਨ ਕੀਤੀ ਹੈ। ਹੁਣ ਹਾਈਗਨ ਸਾਹਿਬ ਨੇ ਜੋ ਮੋਡੀਫਿਕੇਸ਼ਨ ਕੀਤੀ ਸੀ, ਜੋ ਥਿਊਰੀਜ਼ ਦਿੱਤੀਆਂ ਸੀ, ਜੋ ਪ੍ਰੂਫ ਕੀਤੇ ਸੀਗੇ, ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ। ਤਦ ਤੱਕ ਲਈ ਧੰਨਵਾਦ। ਥੈਂਕ ਯੂ ਸੋ ਮਚ।